ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ 20ਵੀਂ ਸਦੀ ਦੇ ਜਰਨੈਲ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਜੀਵਨ ਦਰਸ਼ਨਾਂ ਦੀ ਇੱਕ ਕਿਣਕਾ ਕੁ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇਸ ਸੰਸਾਰ ਦੇ ਵਿੱਚ ਅਨੇਕ ਤਰ੍ਹਾਂ ਦੇ ਸਾਧੂ ਸੰਤ ਆਉਂਦੇ ਆ, ਪਰ ਇੰਨੀ ਛੋਟੀ ਉਮਰ ਦੇ ਵਿੱਚ ਔਰ ਪੂਰੇ ਸੰਸਾਰ ਲੈਵਲ 'ਤੇ ਐਡੀ ਵੱਡੀ ਪ੍ਰਸਿੱਧੀ ਦਿਨਾਂ ਦੇ ਵਿੱਚ ਹੀ ਪ੍ਰਾਪਤ ਕਰ ਲੈਣੀ, ਇਹ ਕੇਵਲ ਅਤੇ ਕੇਵਲ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹੀ ਜੀਵਨ ਦੇ ਵਿੱਚ ਆਈ ਆ ਕਿ ਕਿਵੇਂ ਉਹਨਾਂ ਨੇ ਆਪਣੇ ਇਹ ਛੋਟੇ ਜੀਵਨ ਕਾਲ ਦੇ ਅੰਦਰ ਇਸ ਸੁੱਤੀ ਕੌਮ ਦੇ ਵਿੱਚ ਇੱਕ ਐਸਾ ਜੋਸ਼ ਭਰਿਆ, ਇੱਕ ਐਸਾ ਸੁਨੇਹਾ ਦਿੱਤਾ ਹੈਗਾ ਕਿ ਹਰੇਕ ਨੂੰ ਪਤਾ ਲੱਗ ਗਿਆ ਕਿ ਸੱਚ ਕੀ ਹੈ ਔਰ ਸੱਚ ਹੱਕ ਦੇ ਉੱਤੇ ਪਹਿਰਾ ਦੇਣਾ, ਸੱਚ ਹੱਕ ਲਈ ਲੜਨਾ, ਇਹ ਕੇਵਲ ਅਤੇ ਕੇਵਲ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੁਣਾਂ ਨੇ ਪੂਰੇ ਸੰਸਾਰ ਨੂੰ ਸਿਖਾਲਿਆ ਹੈਗਾ। ਸੋ ਉਹਨਾਂ ਦੇ ਜੀਵਨ ਦਰਸ਼ਨਾਂ ਦੀ ਜਿਹੜੀ ਹੈ ਨਾ ਇੱਕ ਝਲਕ ਇਸ ਤਰ੍ਹਾਂ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਆਮ ਕਰਕੇ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਦੇ ਉਪਾਸ਼ਕ ਹੋਏ ਆ। ਇਹਦੇ ਬਹੁਤ ਕਈ ਕਾਰਨ ਹੋਇਆ। ਇਹਨਾਂ ਕਾਰਨਾਂ ਦੇ ਪਿੱਛੇ ਇੱਕ ਕਾਰਨ ਜਿਹੜਾ ਹੈਗਾ ਇਹ ਵੀ ਆ ਕਿ ਮਹਾਂਪੁਰਖਾਂ ਦਾ ਜਿਹੜਾ ਭਜਨ ਸਿਮਰਨ ਸੀਗਾ ਇੰਨਾ ਗਹਿਰਾ ਸੀਗਾ, ਇੰਨਾ ਜ਼ਿਆਦਾ ਸੀਗਾ ਕਿ 24 ਘੰਟੇ 8 ਪੈਰੀ ਉਹਨਾਂ ਦੇ ਅੰਦਰ ਨਾਮ ਬਾਣੀ ਦੀ ਚੰਗਿਆੜੀ ਹਮੇਸ਼ਾ ਚੱਲਦੀ ਹੀ ਰਹਿੰਦੀ ਸੀਗੀ, ਮਗਦੀ ਰਹਿੰਦੀ ਸੀਗੀ। ਇੱਕ ਵਾਰ ਦੱਸਦੇ ਆ ਕਿ ਇੱਕ ਕੋਈ ਜਿਹੜਾ MLA ਉਹ ਬਾਬਾ ਜਰਨੈਲ ਸਿੰਘ ਹੁਣਾਂ ਦੇ ਦਰਸ਼ਨ ਕਰਨ ਆਇਆ। ਉਸ MLA ਨੇ ਹੈ ਨਾ ਬਾਬਾ ਜਰਨੈਲ ਸਿੰਘ ਹੁਣਾਂ ਨੇ ਦੇ ਅੱਗੇ ਜਿਹੜਾ ਸੀ ਇਹ ਸਵਾਲ ਕੀਤਾ। ਉਹ ਕਹਿਣ ਲੱਗਾ, ਜੀ ਮੈਨੂੰ ਹੈ ਨਾ 35 ਸਾਲ ਤੋਂ ਜ਼ਿਆਦਾ ਰਾਜਨੀਤੀ 'ਚ ਹੋ ਗਿਆ, ਪਰ ਮੈਨੂੰ ਕੇਵਲ ਅਤੇ ਕੇਵਲ ਆਪਣੇ ਛੋਟੇ ਜਿਹੇ ਪਿੰਡ ਤੋਂ ਸਿਵਾਏ ਬਾਹਰ ਕੋਈ ਜਾਣਦਾ ਨਹੀਂ, ਪਰ ਤੁਸੀਂ ਪੂਰੇ ਸੰਸਾਰ ਦੇ ਵਿੱਚ ਇਹਨਾਂ 4 ਸਾਲਾਂ ਦੇ ਵਿੱਚ ਐਡੀ ਪਹਾੜੀ ਪ੍ਰਸਿੱਧੀ ਪ੍ਰਾਪਤ ਕਰ ਲਈ ਆ, ਇਹਦਾ ਕਾਰਨ ਕੀ ਆ? ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਉਸ MLA ਨੂੰ ਜਵਾਬ ਦਿੱਤਾ ਸੀ। ਉਹ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਇਹ ਸਾਰੀ ਜਪਜੀ ਸਾਹਿਬ ਜੀ ਦੀ ਕਰਾਮਾਤ ਹੈਗੀ ਆ। ਅਸੀਂ ਰੋਜ਼ 250 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਹਾਂ, ਭਾਈ ਤੂੰ ਵੀ ਕਰ ਲਾ 250 ਪਾਠ ਰੋਜ਼ ਜਪਜੀ ਸਾਹਿਬ ਦੇ, ਤੇਰੀ ਵੀ ਸੰਸਾਰ 'ਚ ਚੜ੍ਹਦੀ ਕਲਾ ਹੋ ਜਾਊਗੀ। ਜਦੋਂ ਮਹਾਂਪੁਰਖਾਂ ਨੇ ਜਵਾਬ ਦਿੱਤਾ ਸੀ ਤਾਂ ਫਿਰ ਉਹ MLA ਜਿਹੜਾ ਸੀਗਾ ਚੁੱਪ ਕਰ ਗਿਆ ਸੀ। ਇਸ ਤਰ੍ਹਾਂ ਬਾਬਾ ਜਰਨੈਲ ਸਿੰਘ ਜਿਹੜੇ ਸੀਗੇ ਨਾ, ਇਹ ਜੋ ਵਾਕ ਕਰ ਦਿੰਦੇ ਸੀਗੇ, ਜੋ ਬਚਨ ਕਰ ਦਿੰਦੇ ਸੀਗੇ, ਉਹ ਅਟੱਲ ਰਹਿੰਦਾ ਸੀਗਾ ਸਾਰੀ ਜੀਵਨ ਸਾਰੀ ਉਮਰ ਦੇ ਵਿੱਚ। ਇੱਕ ਨਹੀਂ, ਇਸ ਤਰ੍ਹਾਂ ਦੇ ਅਨੇਕਾਂ ਪ੍ਰਮਾਣ ਆ। ਇੱਕ ਪ੍ਰਮਾਣ ਗਿਆਨੀ ਜਸਵੰਤ ਸਿੰਘ ਹੁਣਾਂ ਦਾ ਜਿਹੜਾ ਦੱਸ ਆਪ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਕੀ ਹੋਇਆ ਸੀ ਕਿ ਅਕਾਲ ਤਖਤ 'ਤੇ ਬਾਬਾ ਜਰਨੈਲ ਸਿੰਘ ਹੁਣਾਂ ਨੇ ਸਾਰੇ ਸਿੰਘਾਂ ਦਾ ਇਕੱਠ ਕੀਤਾ। ਜਦ ਸਾਰੇ ਸਿੰਘ ਇਕੱਠੇ ਹੋਏ ਸੀ ਤਾਂ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਸਾਰੇ ਸਿੰਘਾਂ ਨੂੰ ਆਖਿਆ ਸੀਗਾ ਕਿ ਤੁਹਾਡੇ ਵਿੱਚੋਂ ਕੋਈ ਸਿੰਘ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਤਾਂ ਨਹੀਂ ਕਰਦਾ? ਅਗਰ ਕੋਈ ਕਰਦਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਕਰੋ, ਸਾਰੇ ਜਾਓ, ਸਾਰੇ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰੋ, ਉੱਥੇ ਇੱਕ ਜਪਜੀ ਸਾਹਿਬ ਦਾ ਪਾਠ ਕਰੋ। ਉਸ ਤੋਂ ਬਾਅਦ ਬਾਕੀ ਜਿਹੜੀ ਤੁਹਾਡੀ ਸਾਰੀ ਜ਼ਿੰਮੇਵਾਰੀ ਆ ਉਹ ਮੇਰੀ ਆ, ਕਿਉਂਕਿ ਮੈਂ ਜਾਮਣੀ ਭਰ ਦਿੰਦਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਟੋਟ ਨਹੀਂ ਆਊਗੀ। ਜਦ ਇਹ ਜਿਹੜਾ ਬਚਨ ਕੀਤਾ ਸੀ ਅਤੇ ਜਦ ਸਿੰਘਾਂ ਨੇ ਸੁਣੇ ਸੀ, ਸਾਰੇ ਸਿੰਘ ਜਿਹੜੇ ਸੀਗੇ ਫਿਰ ਦਰਬਾਰ ਸਾਹਿਬ ਸਰੋਵਰ 'ਚ ਇਸ਼ਨਾਨ ਕਰਨ ਚਲੇ ਗਏ ਸੀ। ਪਰ ਇਹਨਾਂ ਸਿੰਘਾਂ ਦੇ ਵਿੱਚ ਗਿਆਨੀ ਜਸਵੰਤ ਸਿੰਘ ਹੁਣੀ ਵੀ ਬੈਠੇ ਸੀ। ਕਹਿੰਦੇ ਜਦ ਸਾਰੇ ਚਲੇ ਗਏ ਸੀ ਅਤੇ ਮੇਰਾ ਸੰਤਾਂ ਦੇ ਨਾਲ ਬੜਾ ਪਿਆਰ ਸੀਗਾ, ਮੈਂ ਉੱਠਿਆ, ਮੈਂ ਉੱਠ ਕੇ ਨਾ ਬਾਬਾ ਜਰਨੈਲ ਸਿੰਘ ਹੁਣਾਂ ਦਾ ਜਿਹੜਾ ਗੁੱਟ ਸੀਗਾ ਬੜੇ ਪ੍ਰੇਮ ਨਾਲ ਫੜ ਲਿਆ ਅਤੇ ਮੈਂ ਮਹਾਂਪੁਰਖਾਂ ਨੂੰ ਇਹ ਬੇਨਤੀ ਕੀਤੀ। ਮੈਂ ਕਿਹਾ, ਮਹਾਂਪੁਰਖੋ, ਮੈਨੂੰ ਵੀ ਇੱਕ ਸਰੀਰਕ ਕਸ਼ਟ ਆ। ਅਤੇ ਬਾਬਾ ਜਰਨੈਲ ਸਿੰਘ ਹੁਣੀ ਕਹਿੰਦੇ, ਦੱਸੋ ਕੀ ਕਸ਼ਟ ਆ? ਅਤੇ ਕਹਿੰਦੇ ਮੈਂ ਆਖਿਆ ਸੀਗਾ ਕਿ ਮੈਨੂੰ ਹੈ ਨਾ ਸਾਹ ਬਹੁਤ ਚੜ੍ਹਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਵੀ ਤੂੰ ਵੀ ਇਸ ਤਰ੍ਹਾਂ ਕਰ, ਦਰਬਾਰ ਸਾਹਿਬ 'ਚ ਚਲੇ ਜਾ, ਇਸ਼ਨਾਨ ਸਰੋਵਰ 'ਚ ਕਰ ਅਤੇ ਉੱਥੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਾ। ਦੇਖੋ, ਗਿਆਨੀ ਜਸਵੰਤ ਸਿੰਘ ਹੁਣੀ ਦੱਸਦੇ ਆ, ਕਹਿੰਦੇ ਵੀ ਮੈਂ ਹੈ ਨਾ ਦਰਬਾਰ ਸਾਹਿਬ 'ਚ ਗਿਆ, ਜਦ ਸਰੋਵਰ ਦੇ ਵਿੱਚ ਦੁੱਖ ਭੰਜਣੀ ਬੇਰੀ ਦੇ ਥੱਲੇ ਇਸ਼ਨਾਨ ਕੀਤਾ, ਬਸ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ। ਕਹਿੰਦੇ ਉਦੋਂ ਤੋਂ ਲੈ ਕੇ ਹੁਣ ਦੀ ਉਮਰ ਤੱਕ ਉਹ ਸਾਹ ਦੀ ਬਿਮਾਰੀ ਇੱਕ ਤਿਲ ਮਾਤਰ ਵੀ ਨਹੀਂ ਆ। ਉਹ ਬਿਮਾਰੀ ਖੰਭ ਲਾ ਕੇ ਕਿਵੇਂ ਉੱਡ ਗਈ? ਕਹਿੰਦੇ ਅਜੇ ਵੀ ਜਿਹੜਾ ਹੈ ਨਾ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ, ਕਿਉਂ ਮਹਾਂਪੁਰਖਾਂ ਦੇ ਰਸਨਾ ਦੇ ਵਿੱਚ ਵਾਕ ਸੱਤਿਆ ਜਿਹੜੀ ਸੀ ਐਡੀ ਭਾਰੀ ਹੁੰਦੀ ਸੀ। ਫਿਰ ਗਿਆਨੀ ਜਸਵੰਤ ਸਿੰਘ ਹੁਣਾਂ ਨੇ ਇਹ ਵੀ ਦੱਸਿਆ ਸੀਗਾ ਕਿ ਇੱਕ ਵਾਰੀ ਮਹਾਂਪੁਰਖ ਮੈਨੂੰ ਆਖਿਆ ਸੀਗਾ, ਕਹਿੰਦੇ ਭਾਈ ਜੇ ਤੂੰ ਕਹਿਤਾ ਸੀ ਤੇਰਾ ਵਿਆਹ ਕਰ ਦੇ ਜੇ। ਕਹਿੰਦੇ ਮੈਂ ਮਹਾਂਪੁਰਖ ਨੂੰ ਕਿਹਾ, ਭਾਈ ਵਿਆਹ ਤਾਂ ਮੈਂ ਕਰਾ ਲੂੰਗਾ, ਪਰ ਰੋਟੀ ਕਿੱਥੋਂ ਖਿਲਾਊਂਗਾ? ਅਤੇ ਬਾਬਾ ਜੀ ਨੇ ਗਿਆਨੀ ਜਸਵੰਤ ਸਿੰਘ ਹੁਣਾਂ ਕਿਹਾ ਸੀਗਾ, ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ, ਆਪਣੀ ਕਥਾ ਜਾਰੀ ਰੱਖ, ਦਿਨ ਚੜ੍ਹਦੇ ਹੀ ਤੇਰੇ ਸਰਾਣੇ ਦੇ ਥੱਲੇ ਨੋਟ ਰੱਖਣੇ, ਪੈਸੇ ਰੱਖਣੇ, ਜਿਹੜਾ ਉਹ ਸਾਡਾ ਕੰਮ ਹੈ। ਅੱਜ ਗਿਆਨੀ ਜਸਵੰਤ ਸਿੰਘ ਦੱਸਦੇ ਆ ਕਿ ਉਹਨਾਂ ਦਾ ਬਚਨ ਜਿਹੜਾ ਹੈਗਾ ਉਹ ਸਾਡੇ ਵਾਸਤੇ ਅਟੱਲ ਵਾ, ਕਿਉਂਕਿ ਅੱਜ ਕਥਾ ਤਾਂ ਮੈਂ ਉਸੇ ਤਰ੍ਹਾਂ ਸੇਵਾ ਕਰਦਾ ਹੈਗਾ, ਪਰ ਨੋਟਾਂ ਦੀ ਵਾਰਸ਼ ਜਿਹੜੀ ਹਮੇਸ਼ਾ ਹੁੰਦੀ ਰਹਿੰਦੀ ਹੈ।
ਇਹ ਕੇਵਲ ਤੇ ਕੇਵਲ ਬਾਬਾ ਜਰਨੈਲ ਸਿੰਘ ਹੋਣਾ ਦੀ ਬਦੌਲਤ ਕਹਿੰਦੇ ਮੈਨੂੰ ਹਾਸਲ ਹੋਈ ਆ। ਇਸ ਤਰ੍ਹਾਂ ਬਾਬਾ ਜਰਨੈਲ ਸਿੰਘ ਹੋਣੀ ਜਿਹੜੇ ਸੀਗੇ ਉਹ ਗਿਆਨ ਦੇ ਵਿੱਚ ਵੀ ਇੰਨੇ ਉੱਚੇ ਸੀਗੇ, ਇੰਨੇ ਗਹਿਰੇ ਉਤਰਦੇ ਸੀਗੇ ਕਿ ਹਰੇਕ ਚੀਜ਼ ਨੂੰ ਬਹੁਤ ਹੀ ਬਰੀਕੀ ਦੇ ਨਾਲ ਆਪਣੇ ਜਿਹੜੇ ਕੋਈ ਵੀ ਆਦਮੀ ਆਉਂਦਾ ਸੀਗਾ ਉਹਨੂੰ ਸਮਝਾਉਣ ਦਿੰਦੇ ਸੀ। ਇੱਕ ਵਾਰ ਕੀ ਹੋਇਆ ਕਿ ਗਿਆਨੀ ਜਸਵੰਤ ਸਿੰਘ ਹੋਣੀ ਕਹਿੰਦੇ ਸੀ ਕਿ ਅਸੀਂ ਭਾਈ ਅਮਰੀਕ ਸਿੰਘ ਹੋਣੀ ਅਤੇ ਭਾਈ ਮੋਹਕਮ ਸਿੰਘ ਜੀ ਸਾਨੂੰ ਰਾਤ ਨੂੰ ਤਕਰੀਬਨ ਬਾਬਾ ਜਰਨੈਲ ਸਿੰਘ ਹੋਣੀ ਜਾਪ ਸਾਹਿਬ ਦੇ ਅਰਥ ਪੜ੍ਹਾ ਰਹੇ ਸੀ। ਜਦ ਕਹਿੰਦੇ ਜਾਪ ਸਾਹਿਬ ਦੇ ਅਰਥ ਪੜ੍ਹਾਏ ਸੀ ਉਸ ਟਾਈਮ ਫਿਰ ਗਿਆਨੀ ਜਸਵੰਤ ਸਿੰਘ ਹੋਣੀ ਕਹਿੰਦੇ ਕਿ ਮੇਰੀ ਜਿਹੜੀ ਸੱਸ ਆ ਉਹ ਵੀ ਮੈਨੂੰ ਮਿਲਣ ਵਾਸਤੇ ਆਈ ਅਤੇ ਭਾਈ ਅਮਰੀਕ ਸਿੰਘ ਹੋਣਾ ਦੇ ਮਨ 'ਚ ਖਿਆਲ ਆਇਆ ਕਿ ਅਗਰ ਬਾਬਾ ਜਰਨੈਲ ਸਿੰਘ ਹੋਣੀ ਜਿਹੜੇ ਆ ਗਿਆਨੀ ਜਸਵੰਤ ਸਿੰਘ ਨੂੰ ਛੁੱਟੀ ਦੇ ਦੇਣ, ਕਿਉਂਕਿ ਰਾਤ ਦਾ 1 ਵੱਜ ਗਿਆ ਹੈਗਾ ਅਤੇ ਇਹਦੇ ਨਾਲ ਸਾਨੂੰ ਵੀ ਛੁੱਟੀ ਮਿਲ ਜਾਊਗੀ। ਪਰ ਬਾਬਾ ਜੀ ਨੇ ਹੱਸ ਕੇ ਜਿਹੜੀ ਸੀ ਇਹ ਗੱਲ ਕਹਿ ਦਿੱਤੀ ਸੀ, ਕਹਿੰਦੇ ਭਾਈ ਛੁੱਟੀ ਕਰਕੇ ਕੀ ਕਰੋਗੇ, ਗੁਰਬਾਣੀ ਦੇ ਜੋ ਵੀ ਅਰਥ ਹੈਗੇ ਜਿੰਨੀ ਵੀ ਤੁਸੀਂ ਗੁਰਬਾਣੀ ਪੜ੍ਹੋਗੇ ਇਹਦਾ ਲਾਭ ਹੀ ਲਾਭ ਆ। ਉਸ ਟਾਈਮ ਫਿਰ ਇੱਕ ਭਾਈ ਦਲਵੀਰ ਸਿੰਘ ਹੋਏ ਆ ਜਿਹੜੇ ਪੱਤਰਕਾਰ ਸੀਗੇ, ਇਹ ਜਿਹੜੇ ਸੀ ਜਦ ਪਿੱਛੇ ਬੈਠੇ ਸੀਗੇ ਅਤੇ ਬਾਬਾ ਜਰਨੈਲ ਸਿੰਘ ਹੋਣਾ ਨੇ ਇਹਨੂੰ ਜਦੋਂ ਅਰਥ ਜਿਹੜੇ ਜਾਪ ਸਾਹਿਬ ਦੀ ਇੱਕ ਪੰਕਤੀ ਦੇ ਪੜ੍ਹਾਏ ਸੀ, ਕਹਿੰਦੇ ਉਹ ਇਸ ਢੰਗ ਨਾਲ ਪੜ੍ਹਾਏ ਸੀ, ਉਹਨੂੰ ਕਹਿਣ ਲੱਗੇ ਕਹਿੰਦੇ ਵੀ ਇਹ ਜਿਹੜਾ ਹੈ ਨਾ ਪੰਕਤੀ ਹੈ ਜਾਪ ਸਾਹਿਬ ਦੀ, ਫਾਰਸੀ ਦੇ ਵਿੱਚ ਇਹਦੇ ਆਹ ਅਰਥ ਹੈ, ਅਰਬੀ ਵਿੱਚ ਇਹਦੇ ਆਹ ਅਰਥ ਹੈ, ਸੰਸਕ੍ਰਿਤ ਦੇ ਵਿੱਚ ਇਹਦੇ ਆਹ ਅਰਥ ਹੈ। ਜਦ ਇਸ ਤਰ੍ਹਾਂ ਜਿਹੜੀ ਸੀ ਭਾਸ਼ਾਵਾਂ ਦੇ ਵਿੱਚ ਉਹਨੂੰ ਦੱਸਦੇ ਸੀ ਅਤੇ ਗਿਆਨੀ ਜਸਵੰਤ ਸਿੰਘ ਹੋਣੀ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਜਿਹੜਾ ਸੀਗਾ ਉਹਨਾਂ ਦੇ ਪ੍ਰਤੀ ਰੋਸ਼ ਪੈਦਾ ਹੋ ਗਿਆ। ਮੈਂ ਮਨ 'ਚ ਸੋਚਿਆ ਬਈ ਜਿਹੜੇ ਦਲਬੀਰ ਸਿੰਘ ਪੱਤਰਕਾਰ ਪੜ੍ਹੇ ਲਿਖੇ ਆ ਅਤੇ ਬਾਬਾ ਜੀ ਕਿਵੇਂ ਉਹਨਾਂ ਨੂੰ ਬਾਕੀਆਂ ਭਾਸ਼ਾਵਾਂ ਦੇ ਅਰਥ ਉਹਨਾਂ ਨੂੰ ਦੱਸ ਰਹੇ ਆ, ਕਿਤੇ ਉਹੀ ਗੱਲ ਨਾ ਹੋਵੇ ਕਿ ਬਾਅਦ ਦੇ ਵਿੱਚ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਪਰ ਕਹਿੰਦੇ ਉਸ ਟਾਈਮ ਮੇਰੇ ਕੋਲ ਜਦ ਰਾਤ ਹੋਈ ਸੀ ਮੈਂ ਆਪਣੇ ਕਮਰੇ 'ਚ ਆਇਆ ਅਤੇ ਮੇਰੀ ਪਤਨੀ ਮੇਰੇ ਪਾਸ ਆਈ, ਮੈਨੂੰ ਕਹਿੰਦੇ ਪ੍ਰਸ਼ਾਦਾ ਤੁਸੀਂ ਛਕ ਲਓ। ਕਹਿੰਦੇ ਮੈਂ ਕਿਹਾ ਮੈਂ ਪ੍ਰਸ਼ਾਦਾ ਨਹੀਂ ਛਕਣਾ, ਮੈਂ ਲੰਮਾ ਪੈ ਗਿਆ। ਪਰ ਕੋਲ ਮੇਰੇ ਇੱਕ ਮਹਾਂਪੁਰਖ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਦੇ ਕਹਿੰਦੇ ਇੱਕ ਡਾਇਰੀ ਸੀਗੀ। ਜਦ ਮੈਂ ਉਹ ਡਾਇਰੀ ਖੋਲ੍ਹੀ ਆ, ਜਦ ਜਾਪ ਸਾਹਿਬ ਦੀ ਉਸ ਪੰਕਤੀ ਦੇ ਅਰਥ ਉਹਦੇ ਵਿੱਚ ਪੜ੍ਹਿਆ, ਪਰ ਮੈਂ ਕਹਿੰਦੇ ਹੈਰਾਨ ਹੋ ਗਿਆ ਕਿ ਜੋ ਅਰਥ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਭਾਈ ਦਲਵੀਰ ਸਿੰਘ ਨੂੰ ਦਿੱਤੇ ਸੀ ਹੂ ਉਸੇ ਤਰ੍ਹਾਂ ਉਸ ਡਾਇਰੀ 'ਚ ਅਰਥ ਲਿਖੇ ਸੀਗੇ। ਉਸੇ ਤਰ੍ਹਾਂ ਫਾਰਸੀ 'ਚ ਅਰਥ ਲਿਖੇ ਸੀ, ਉਸੇ ਤਰ੍ਹਾਂ ਅਰਬੀ 'ਚ ਲਿਖੇ ਸੀ, ਉਸੇ ਤਰ੍ਹਾਂ ਸੰਸਕ੍ਰਿਤ ਦੇ ਵਿੱਚ ਲਿਖੇ ਸੀ, ਭਾਵ ਕਿ ਸਾਰੀਆਂ ਭਾਸ਼ਾਵਾਂ 'ਚ। ਫਿਰ ਗਿਆਨੀ ਜਸਵੰਤ ਸਿੰਘ ਕਹਿੰਦੇ ਸੀਗੇ ਕਿ ਮੇਰੇ ਮਨ 'ਚ ਇੰਨਾ ਪਛਤਾਵਾ ਹੋਇਆ ਕਿ ਮੈਂ ਆਪਣੇ ਮਨ ਦੇ ਵਿੱਚ ਸੰਤਾਂ ਦੇ ਪ੍ਰਤੀ ਰੋਸ ਕਿਉਂ ਕੀਤਾ ਹੈਗਾ, ਮੇਰੇ ਮਨ ਦੇ ਵਿੱਚ ਇਹ ਪਾਪ ਹੋ ਗਿਆ ਸੀਗਾ। ਪਰ ਆਪਣੇ ਆਪ ਨੂੰ ਬਖਸ਼ਾਉਣ ਲਈ ਕਹਿੰਦੇ ਮੈਂ ਜ਼ਮੀਨ ਦੇ ਉੱਤੇ ਲੰਮਾ ਪੈ ਕੇ 7 ਲੀਕਾਂ ਕੱਢੀਆਂ ਅਤੇ ਇਹ ਜਿਹੜਾ ਸੀਗਾ ਮਹਾਂਪੁਰਖਾਂ ਦੇ ਪ੍ਰਤੀ ਵਚਨਬੱਧ ਹੋਇਆ ਕਿ ਦੁਨੀਆ ਆਪ ਜੀ ਨੂੰ ਬ੍ਰਹਮ ਗਿਆਨੀ ਮੰਨੇ ਜਾਂ ਨਾ ਮੰਨੇ, ਪਰ ਮੈਂ ਅੱਜ ਤੋਂ ਆਪ ਜੀ ਨੂੰ ਬ੍ਰਹਮ ਗਿਆਨੀ ਹੀ ਕਹਾਂਗਾ, ਬ੍ਰਹਮ ਗਿਆਨੀ ਹੀ ਮੰਨਾਂਗਾ। ਇਹ ਜਿਹੜੇ ਵਚਨ ਸੀ ਇਹ ਗਿਆਨੀ ਜਸਵੰਤ ਸਿੰਘ ਹੋਣਾ ਦੇ ਆਪਣੇ ਆ। ਸੋ ਸੰਤ ਬਾਬਾ ਜਰਨੈਲ ਸਿੰਘ ਹੋਣੀ ਘਰ ਦੇ ਜੀਆਂ ਦੇ ਮੋਹ ਦੇ ਪ੍ਰਤੀ ਇੰਨੇ ਨਿਰਲੇਪ ਸੀਗੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 1 ਵੀ ਰੁਪਈਆ ਜਿਹੜਾ ਸੀਗਾ ਘਰ ਦੇ ਪਰਿਵਾਰ ਨੂੰ ਜਾਂ ਆਪਣੇ ਪੁੱਤਰਾਂ ਨੂੰ ਜ਼ਿੰਦਗੀ ਦੇ ਵਿੱਚ ਨਹੀਂ ਦਿੱਤਾ। ਜਿਵੇਂ ਗਿਆਨੀ ਜਸਵੰਤ ਸਿੰਘ ਦੱਸਦੇ ਸੀ, ਕਹਿੰਦੇ ਜਦੋਂ ਮੇਰੀ ਸ਼ਾਦੀ ਹੋਈ ਇਹਨਾਂ ਦੇ ਇੱਕ ਗੜਬਈ ਸੀ, ਕਹਿੰਦੇ ਮੈਨੂੰ ਕਹਿਣ ਲੱਗੇ ਵੀ ਜਸਵੰਤ ਸਿੰਘ ਇਸ ਤਰ੍ਹਾਂ ਕਰਦੇ ਆ ਵੀ ਇੱਕ ਆਹ ਕਮਰਾ ਹੈਗਾ ਉਹਦੇ ਵਿੱਚ ਤੁਹਾਨੂੰ 2 ਬੈੱਡ ਦੇ ਦਿੰਦੇ ਆ, ਬਕਸੇ ਦੇ ਦਿੰਦੇ ਆ, ਤੁਸੀਂ ਉਹਨਾਂ 'ਤੇ ਜਾ ਕੇ ਦੋਨੇ ਲੇਟ ਜਾਓ। ਕਹਿੰਦੇ ਉਹ ਜਿਹੜੇ ਬਕਸੇ ਸੀਗੇ 6.5 ਫੁੱਟ ਲੰਬੇ ਸੀਗੇ ਅਤੇ 3.5 ਫੁੱਟ ਚੌੜੇ ਸੀ। ਕਹਿੰਦੇ ਉਹਨਾਂ ਨੂੰ 3 ਕੁੰਡੇ ਲੱਗੇ ਹੋਏ ਸੀ। ਪਰ ਜਦੋਂ ਅਸੀਂ 'ਤੇ ਲੇਟੇ ਹਾਂ ਫਿਰ ਕਹਿੰਦੇ ਮੇਰੇ ਮਨ 'ਚ ਵਿਚਾਰ ਆਈ ਵੀ ਇਹ ਜਿਹੜੇ ਬਕਸੇ ਆ ਇਹਨਾਂ ਨੂੰ ਕੁੰਡੇ ਲੱਗੇ, ਇਹਨਾਂ ਵਿੱਚ ਪਤਾ ਨਹੀਂ ਕੀ ਆ। ਪਰ ਕਹਿੰਦੇ ਗੜਬਈ ਸਾਹਿਬ ਨੇ ਸਾਨੂੰ ਇਹ ਕਹਿ ਦਿੱਤਾ ਸੀਗਾ ਕਿ ਜਦੋਂ ਤੁਸੀਂ ਗੁਰਦੁਆਰੇ ਸਾਹਿਬ ਮੱਥਾ ਟੇਕਣ ਜਾਂਦੇ ਆ ਕਮ ਸੇ ਕਮ ਜਿਹੜਾ ਦਰਵਾਜ਼ਾ ਹੈਗਾ ਇਹਨੂੰ ਤਾਲਾ ਲਾ ਦਿਆ ਕਰੋ। ਪਰ ਕਹਿੰਦੇ 3 ਦਿਨਾਂ ਬਾਅਦ ਜਦੋਂ ਮੈਂ ਦੇਖਿਆ ਕਿ ਬਕਸੇ 'ਚ ਪਤਾ ਨਹੀਂ ਕੀ ਆ, ਚੈੱਕ ਤਾਂ ਕਰੀਏ, ਜਦ ਦੇਖਿਆ ਤਾਂ ਪੂਰਾ ਜਿਹੜੇ ਬਕਸੇ ਸੀਗੇ ਉਹ ਪੂਰੇ ਨੋਟਾਂ ਦੇ ਨਾਲ ਭਰੇ ਹੋਏ ਸੀ। ਅੱਜ ਦੇ ਕਰੋੜਾਂ ਰੁਪਈਏ ਜਿਹੜੇ ਸੀਗੇ ਇਹਨਾਂ 2 ਬਕਸਿਆਂ 'ਚ ਵਿੱਚ ਸੀ। ਪਰ ਕਮਾਲ ਹੈ ਕਿ ਇੰਨੇ ਦਿਨ ਦਰਵਾਜ਼ਾ ਬਿਨਾਂ ਤਾਲਿਆਂ ਤੋਂ ਰਿਹਾ, ਉਸ ਬਕਸੇ ਨੂੰ ਵੀ ਕੋਈ ਤਾਲਾ ਨਹੀਂ ਸੀ ਲੱਗਾ, ਪਰ ਮਜਾਲ ਹੈ ਕਿਸੇ ਨੇ ਵੀ 1 ਰੁਪਈਆ ਵਿੱਚੋਂ ਕੱਢਿਆ ਹੋਵੇ। ਪਰ ਬਾਬਾ ਜਰਨੈਲ ਸਿੰਘ ਹੋਣੀ ਇੰਨਾ ਮਾਇਆ ਜਿਹੜੀ ਸੀਗੀ ਉਹ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਨੂੰ 1 ਨਿੱਕਾ ਪੈਸਾ ਨਹੀਂ ਸੀ ਦਿੰਦੇ। ਇਹਦੇ ਵੀ ਹੈ ਨਾ ਬਹੁਤ ਸਾਰੇ ਕਾਰਨ ਹੈਗੇ ਆ। ਕਾਰਨ ਇਹ ਆ, ਬਾਬਾ ਜਰਨੈਲ ਸਿੰਘ ਕਹਿੰਦੇ ਸੀਗੇ ਕਿ ਮੈਂ ਆਪਣੇ ਖੂਨ ਦੀ ਕਦੀ ਸਹਾਇਤਾ ਨਹੀਂ ਕਰਨੀ, ਇੱਕ ਸੰਗਤ ਦਾ 1 ਵੀ ਪੈਸਾ ਨਹੀਂ ਦੇਣਾ। ਹਾਂ, ਬਾਹਰ ਤੋਂ ਜਿੰਨੀ ਸੰਗਤ ਆਉਂਦੀ ਸੀ ਉਹ ਸੰਗਤ ਦੀ ਹੈ ਨਾ ਬਾਬਾ ਜਰਨੈਲ ਸਿੰਘ ਖੁੱਲ੍ਹ ਦਿਲੀ ਨਾਲ ਮਦਦ ਕਰਦੇ ਹੁੰਦੇ ਸੀ। ਇੱਕ ਵਾਰ ਹੈ ਨਾ ਈਸ਼ਰ ਸਿੰਘ ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਪਾਸ ਆਏ ਅਤੇ ਇਹਨਾਂ ਦੇ ਪਰਿਵਾਰ ਨੇ ਈਸ਼ਰ ਸਿੰਘ ਦੇ ਵਾਸਤੇ 5 ਰੁਪਈਏ ਮੰਗੇ। ਪਰ ਬਾਬਾ ਜਰਨੈਲ ਸਿੰਘ ਨੇ ਸਾਰੇ ਪਰਿਵਾਰ ਨੂੰ ਹੀ ਉਸੇ ਟਾਈਮ ਕੋਰੀ ਨਾ ਕਰ ਦਿੱਤੀ ਸੀ। ਪਰ ਉਸ ਟਾਈਮ ਬਾਬਾ ਬੂਰ ਸਿੰਘ ਉਹਨਾਂ ਦਾ ਇੱਕ ਭਤੀਜਾ ਆਇਆ ਜਿਹਦਾ ਨਾਂ ਸੀ ਭਾਈ ਸੁਲੱਖਣ ਸਿੰਘ। ਜਦ ਇਹ ਅਸੀਂ ਤਾਂ ਬਾਬਾ ਜਰਨੈਲ ਸਿੰਘ ਨੇ ਕਿਹਾ ਸੀ, ਕਹਿੰਦੇ ਸੁਲੱਖਣ ਸਿੰਘ
ਤੈਨੂੰ ਕੀਰਤਨ ਕਰਨਾ ਚੰਗੀ ਤਰ੍ਹਾਂ ਆਇਆ ਕਿ ਨਹੀਂ ਆ ਗਿਆ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਜਿਹੜੇ ਸੁਲੱਖਣ ਸੀ ਇਹ ਥੋੜ੍ਹੇ ਜਿਹੇ ਮਜ਼ਾਕੀਆ ਸੁਭਾਅ ਦੇ ਸੀ, ਅਤੇ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਜੀ ਕੀਰਤਨ ਕਾਹਦਾ ਕਰਨਾ ਹੈ, ਜੀ ਮੇਰੇ ਪਾਸ ਜਿਹੜਾ ਬਾਜਾ ਹੈ ਉਹ ਪੁਰਾਣਾ ਹੈਗਾ, ਅਤੇ ਦੂਸਰੀ ਜਿਹੜੀਆਂ ਜੋੜੀਆਂ ਉਹ ਵੀ ਪੁਰਾਣੀਆਂ ਚੰਗੀ ਤਰ੍ਹਾਂ ਵੱਜਦੀਆਂ ਨੇ, ਅਤੇ ਇਹਦੇ ਨਾਲ ਮੈਂ ਕੀਰਤਨ ਕਿਵੇਂ ਕਰੂੰਗਾ। ਅਤੇ ਫਿਰ ਬਾਬਾ ਜਰਨੈਲ ਸਿੰਘ ਨੂੰ ਆਖਿਆ ਸੀ, ਕਹਿੰਦੇ ਸੁਲੱਖਣ ਸਿਆ ਇਹ ਦੱਸ ਜਿਹੜਾ ਨਵਾਂ ਹਾਰਮੋਨੀਅਮ ਬਾਜਾ ਕਿੰਨੇ ਦਾ ਆਉਂਦਾ ਹੈ। ਅਤੇ ਫਿਰ ਭਾਈ ਸੁਲੱਖਣ ਸਿੰਘ ਨੇ ਕਿਹਾ ਜੀ ਮੇਰੇ ਅਨੁਮਾਨ ਸਾਥ 700 ਰੁਪਈਏ ਦਾ ਆ ਜਾਏਗਾ। ਉਸੇ ਟਾਈਮ ਬਾਬਾ ਜਰਨੈਲ ਸਿੰਘ ਨੇ 700 ਰੁਪਈਆ ਜਿਹੜਾ ਸੀਗਾ ਭਾਈ ਸੁਲੱਖਣ ਸਿੰਘ ਹੁਣਾਂ ਨੂੰ ਦੇ ਦਿੱਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਆਪਣੇ ਪਰਿਵਾਰ ਵਾਸਤੇ ਬਾਬਾ ਜਰਨੈਲ ਸਿੰਘ ਹੁਣੀ ਇੱਕ ਪੰਜੀ ਨਹੀਂ ਸੀ ਦਿੰਦੇ ਹੁੰਦੇ। ਇੱਕ ਵਾਰ ਇਸ ਤਰ੍ਹਾਂ ਵੀ ਹੋਇਆ ਸੀ ਕਿ ਬਾਬਾ ਜਰਨੈਲ ਸਿੰਘ ਦਾ ਭਤੀਜਾ ਜਿਹਦੇ ਸੱਟ ਲੱਗੀ ਸੀ, ਜਦ ਉਹ ਦਵਾਈ ਲੈਣ ਲਈ ਕਹਿੰਦੇ ਪੈਸੇ ਲੈਣ ਵਾਸਤੇ ਬਾਬਾ ਜਰਨੈਲ ਸਿੰਘ ਦੇ ਪਾਸ ਗਿਆ ਸੀ, ਪਰ ਬਾਬਾ ਜਰਨੈਲ ਸਿੰਘ ਨੇ ਉਸ ਨੂੰ ਇੱਕ ਪੈਸਾ ਨਹੀਂ ਸੀ ਦਿੱਤਾ। ਇਸੇ ਕਰਕੇ ਹੈ ਨਾ ਸੰਗਤ ਦੇ ਵਿੱਚ ਬਾਬਾ ਜਰਨੈਲ ਸਿੰਘ ਹੁਣਾਂ ਦੀ ਜਿਹੜੀ ਸੀ ਅਥਾਹ ਸ਼ਰਧਾ ਮਨ ਦੇ ਵਿੱਚ ਬਣੀ ਸੀ, ਕਿਉਂਕਿ ਬਿਲਕੁਲ ਸੱਚਾ ਅਤੇ ਸੁੱਚਾ ਜੀਵਨ ਸੀ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਦਾ। ਇੱਕ ਵਾਰ ਦੱਸਦੇ ਆ ਕਿ ਭਾਈ ਗੁਰਮੁਖ ਸਿੰਘ ਜਿਹੜੇ ਗੜਵਈ ਸੀ ਉਹਨਾਂ ਟਾਈਮਾਂ ਦੇ ਵਿੱਚ, ਉਸ ਟਾਈਮ ਸੰਤ ਕਰਤਾਰ ਸਿੰਘ ਹੋਣੀ ਦੇ ਜਥੇ ਵਿੱਚ ਬਾਬਾ ਜਰਨੈਲ ਸਿੰਘ ਹੁੰਦੇ ਸੀਗੇ, ਅਤੇ ਸੰਤ ਕਰਤਾਰ ਸਿੰਘ ਬਾਬਾ ਜਰਨੈਲ ਸਿੰਘ ਨੂੰ ਖਾਸ ਕਰਕੇ ਅਭਿਆਸੀ ਕਹਿੰਦੇ ਹੁੰਦੇ ਸੀਗੇ ਬੜੇ ਪ੍ਰੇਮ ਦੇ ਨਾਲ। ਇੱਕ ਵਾਰ ਕੀ ਹੋਇਆ ਕਿ ਬਾਬੇ ਬਕਾਲੇ ਹੈ ਨਾ ਥੋੜ੍ਹਾ ਜਿਹਾ ਜਿਹੜਾ ਸੀਗਾ ਉਹ ਸਿੰਘਾਂ ਦੇ ਨਾਲ, ਨਿਹੰਗ ਸਿੰਘਾਂ ਦੇ ਨਾਲ ਇਹਨਾਂ ਸਿੰਘਾਂ ਦਾ ਜਿਹੜਾ ਸੀਗਾ ਥੋੜ੍ਹਾ ਵੱਧ ਘੱਟ ਉਤਰਾ ਚੜ੍ਹਾਅ ਬੋਲਣ 'ਚ ਹੋ ਗਿਆ। ਜਦ ਇੰਨੀ ਗੱਲ ਹੋਈ ਅਤੇ ਫਿਰ ਸੰਤ ਕਰਤਾਰ ਸਿੰਘ ਨੇ ਕਿਹਾ, ਕਹਿੰਦੇ ਲੱਗਦਾ ਹੈਗਾ ਕਿ ਸਾਨੂੰ ਹਥਿਆਰ ਚੱਕਣੇ ਹੀ ਪੈਣੇ ਆ, ਉੱਦਾਂ ਗੱਲ ਨਹੀਂ ਬਣਨੀ। ਇਸ ਕਰਕੇ ਫਿਰ ਉਹਨਾਂ ਨੇ ਨਾ ਭਾਈ ਗੁਰਮੁਖ ਸਿੰਘ ਦੇ ਨਾਂ ਦੇ ਉੱਤੇ ਇੱਕ 55 ਬੋਰ ਦਾ ਜਿਹੜਾ ਸੀ ਪਿਸਤੌਲ ਲੈ ਆਂਦਾ। ਜਦ ਪਿਸਤੌਲ ਲਿਆਂਦਾ ਸ਼ਾਮ ਨੂੰ ਰਹਿਰਾ ਸਾਹਿਬ ਦਾ ਟਾਈਮ ਸੀਗਾ। ਫਿਰ ਉਸ ਟਾਈਮ ਸੰਤ ਕਰਤਾਰ ਸਿੰਘ ਨੇ ਬਾਬਾ ਜਰਨੈਲ ਸਿੰਘ ਨੂੰ ਆਵਾਜ਼ ਮਾਰੀ, ਕਹਿਣ ਲੱਗੇ, ਕਹਿੰਦੇ ਵੀ ਐਸਿਆ ਇੱਧਰ ਆ ਫੜ ਪਿਸਤੌਲ ਅਤੇ ਫੈਰ ਕੱਢ। ਜਦ ਇੰਨੀ ਗੱਲ ਹੋਈ ਸੀ ਤਾਂ ਬਾਬਾ ਜਰਨੈਲ ਸਿੰਘ ਕਹਿਣ ਲੱਗੇ, ਕਹਿੰਦੇ ਜੀ ਮੈਨੂੰ ਫੈਰ ਚਲਾਉਣ ਦੀ ਜਾਂਚ ਨਹੀਂ ਹੈਗੀ, ਮੈਂ ਕਦੀ ਜ਼ਿੰਦਗੀ 'ਚ ਗੋਲੀ ਨਹੀਂ ਚਲਾਈ। ਅਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਸਮਾਂ ਇੱਦਾਂ ਦਾ ਆਵੇਗਾ ਤੈਨੂੰ ਗੋਲੀਆਂ ਚਲਾਉਣੀਆਂ ਹੀ ਪੈਣੀਆਂ। ਇਸ ਕਰਕੇ ਕਹਿੰਦੇ ਫਿਰ ਪਹਿਲਾ ਫੈਰ ਜਿਹੜਾ ਸੀਗਾ ਉਸ 55 ਬੋਰ ਦਾ ਪਿਸਤੌਲ ਜਿਹੜਾ ਸੀਗਾ ਉਹ ਉਸ ਦੇ ਨਾਲ ਬਾਬਾ ਜਰਨੈਲ ਸਿੰਘ ਨੇ ਪਹਿਲੀ ਵਾਰ ਕੱਢਿਆ ਸੀਗਾ। ਜਦ ਕੱਢ ਕੇ ਇੱਕ ਫੈਰ ਬਾਬਾ ਜਰਨੈਲ ਸਿੰਘ ਨੇ ਸੰਤ ਕਰਤਾਰ ਸਿੰਘ ਨੂੰ ਫੜਾਉਣ ਲੱਗੇ, ਕਹਿੰਦੇ ਭਾਈ ਇੱਕ ਨਾ ਕੀ ਗੱਲ ਬਣਨੀ ਆ, ਤੈਨੂੰ ਤਾਂ ਲੱਖਾਂ ਹੀ ਜ਼ਿੰਦਗੀ 'ਚ ਗੋਲੀਆਂ ਚਲਾਉਣੀਆਂ ਪੈਣਗੀਆਂ। ਇਹ ਵਜਨ ਜਿਹੜੇ ਸੀ ਨਾ ਸੰਤ ਕਰਤਾਰ ਸਿੰਘ ਦੇ ਸੀਗੇ। ਅਤੇ ਬਾਬਾ ਜਰਨੈਲ ਸਿੰਘ ਜਿਹੜੇ ਸੀਗੇ ਉਹ ਲਾਲਚ ਤੋਂ ਇੰਨੇ ਪਰੇ ਸੀਗੇ ਕਿ ਇੱਕ ਰਤੀ ਭਰ ਵੀ ਜਿਹੜਾ ਲਾਲਚ ਸੀ ਉਹਨਾਂ ਦੇ ਵਿੱਚ ਨਹੀਂ ਸੀ। ਕਿਉਂਕਿ ਜਿਹੜੇ ਕੁਲਦੀਪ ਸਿੰਘ ਬਰਾੜ ਹੋਏ ਆ, ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਲਿਖੀ ਆ ਕਿ ਮੈਂ ਬਾਬਾ ਜਰਨੈਲ ਸਿੰਘ ਨੂੰ ਬੜਾ ਨੇੜੋਂ ਤੱਕਿਆ ਹੈਗਾ, ਮੈਂ ਇਹ ਦੇਖਿਆ ਕਿ ਉਹਨਾਂ ਵਿੱਚ ਸਾਰੇ ਹੀ ਗੁਣ ਸੀਗੇ, ਪਰ ਉਹਨਾਂ ਦੇ ਵਿੱਚ ਉਹਨਾਂ ਨੇ ਬੜੇ ਹੀ ਵਿਚਿੱਤਰ ਢੰਗ ਨਾਲ ਇਹ ਗੱਲ ਲਿਖੀ ਸੀ ਕਿ ਬਾਬਾ ਜਰਨੈਲ ਸਿੰਘ ਦੇ ਵਿੱਚ ਇੱਕ ਦੋਸ਼ ਸੀ। ਉਹ ਦੋਸ਼ ਕੀ ਸੀ? ਕਹਿੰਦੇ ਉਹ ਦੋਸ਼ ਇਹ ਸੀਗਾ ਕਿ ਉਹਨਾਂ ਦੇ ਅੰਦਰ ਰਤੀ ਭਰ ਵੀ ਲਾਲਚ ਨਹੀਂ ਸੀ। ਸੋ ਜਰਨਲ ਕੁਲਦੀਪ ਸਿੰਘ ਬਰਾੜ ਹੁਣਾਂ ਨੇ ਜਿਹੜਾ ਸੀਗਾ ਉਹਦੇ ਵਿੱਚ ਇਹ ਲਿਖਿਆ ਸੀਗਾ, ਉਹ 'ਚ ਇਹ ਲਿਖਿਆ ਹੈਗਾ ਕਿ ਅਸੀਂ ਹੈ ਨਾ ਜਦ ਸਮਾਂ ਆਇਆ ਸੀਗਾ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਖਰੀਦਣ ਦੇ ਵਾਸਤੇ, ਉਹਨਾਂ ਨੂੰ ਅਸੀਂ 200 ਕਰੋੜ ਰੁਪਈਆ ਦੇਣ ਦਾ ਜਿਹੜਾ ਸੀਗਾ ਉਹ ਵਚਨ ਕੀਤਾ ਸੀਗਾ ਕਿ ਅਸੀਂ ਤੁਹਾਨੂੰ 200 ਕਰੋੜ ਰੁਪਈਆ ਦੇਵਾਂਗੇ ਅਤੇ ਤੁਸੀਂ 200 ਕਰੋੜ ਰੁਪਈਆ ਜਿਹੜਾ ਹੈ ਨਾ ਆਪਣੇ ਸਾਰੇ ਸਿੰਘਾਂ ਦੇ ਵਿੱਚ ਵੰਡ ਦਿਓ। ਜਦ ਕਹਿੰਦੇ ਇੰਨੀ ਗੱਲ ਹੋਈ ਸੀ ਤਾਂ ਬਾਬਾ ਜਰਨੈਲ ਸਿੰਘ ਹੁਣਾਂ ਨੇ ਕਹਿੰਦੇ ਸਾਨੂੰ ਇਹ ਗੱਲ ਆਖੀ ਸੀਗੀ, ਕਹਿੰਦੇ ਭਾਈ ਆਹ ਗੱਲ ਨਾ ਕਰੋ, ਗੱਲ ਕਰੋ ਸੱਚ ਅਤੇ ਹੱਕ ਦੀ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਜਨਰਲ ਕੁਲਦੀਪ ਸਿੰਘ ਕਹਿੰਦੇ ਸੀ ਅਸੀਂ ਸਾਰੇ ਜਿੰਨੇ ਅਫਸਰ ਸੀਗੇ ਸਾਰੇ ਚੁੱਪ ਕਰ ਗਏ ਸੀ। ਸਾਨੂੰ ਪਤਾ ਸੀਗਾ ਕਿ ਅਸੀਂ ਇੰਨਾ ਕਰੋੜ ਰੁਪਈਆ ਦੇ ਕੇ ਵੀ ਬਾਬਾ ਜਰਨੈਲ ਸਿੰਘ ਨੂੰ ਖਰੀਦ ਨਹੀਂ ਸਕਦੇ। ਸੋ ਕਹਿਣ ਤੋਂ ਭਾਵ ਇਹ ਆ ਕਿ ਐਡੇ ਨਿਰਲੇਪ ਸੀ, ਮੋਹ ਮਾਇਆ ਤੋਂ ਪਰੇ ਸੰਤ ਬਾਬਾ ਜਰਨੈਲ ਸਿੰਘ ਹੁੰਦੇ ਸੀ। ਸੋ ਇੱਕ ਵਾਰ ਬਾਬਾ ਜਰਨੈਲ ਸਿੰਘ ਇਹ ਗੰਗਾ ਨਗਰ ਗਏ ਰਾਜਸਥਾਨ। ਉੱਥੇ ਇੱਕ ਡਾਕਟਰ ਜਿਹੜਾ ਸੀਗਾ ਬਾਬਾ ਜਰਨੈਲ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜਦੋਂ ਬਾਬਾ ਜਰਨੈਲ ਸਿੰਘ ਗੰਗਾ ਨਗਰ ਗਏ ਸੀ ਉਹ ਡਾਕਟਰ ਆਇਆ ਨਹੀਂ। ਜਦ ਉੱਥੇ 2 ਦਿਨ ਦੀਵਾਨ ਲੱਗੇ, ਦੀਵਾਨਾਂ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਨੇ ਆਖਿਆ, ਕਹਿੰਦੇ ਵੀ ਡਾਕਟਰ ਕਿੱਥੇ ਆ? ਫਿਰ ਉਹਨਾਂ ਨੇ ਦੱਸਿਆ ਵੀ ਉਹ ਡਾਕਟਰ ਜਿਹੜਾ ਬਿਮਾਰ ਵਾ, ਇਸ ਕਰਕੇ ਉਹ ਆ ਨਹੀਂ ਸਕਿਆ। ਅਤੇ ਡਾਕਟਰ ਨੇ ਜਿਹੜੀ ਹੈ ਉਹ ਆਪ ਜੀ ਦੇ ਪਾਸ ਬੇਨਤੀ ਭੇਜੀ ਆ ਕਿ ਤੁਸੀਂ ਮੈਨੂੰ ਆ ਕੇ ਹੈ ਨਾ ਮੇਰੇ ਹੀ ਹਸਪਤਾਲ ਦੇ ਵਿੱਚ ਮੈਨੂੰ ਦਰਸ਼ਨ ਦਿਓ। ਜਦ ਇਹ ਗੱਲ ਹੋਈ ਸੀ ਫਿਰ ਬਾਬਾ ਜਰਨੈਲ ਸਿੰਘ ਉਸ ਡਾਕਟਰ ਦੇ ਪਾਸ ਉਹਦੇ ਹੌਸਪੀਟਲ ਗਏ। ਜਦ ਹੌਸਪੀਟਲ ਗਏ ਉਹ ਡਾਕਟਰ ਜਿਹੜਾ ਸੀਗਾ ਬੜਾ ਜ਼ਾਰ ਦੇ ਨਾਲ ਰੋਇਆ ਸੀ ਬਾਬਾ ਜਰਨੈਲ ਸਿੰਘ ਕੇ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜਰਨੈਲ ਸਿੰਘ ਨੇ ਉਸ ਡਾਕਟਰ ਨੂੰ ਆਖਿਆ ਸੀ, ਕਹਿੰਦੇ ਭਾਈ ਕੀ ਗੱਲ ਵਾ, ਰੋਂਦਾ ਕਿਉਂ ਹੈਗਾ? ਜਦ ਇਹ ਗੱਲ ਹੋਈ ਸੀ ਤਾਂ ਫਿਰ ਉਸ ਡਾਕਟਰ ਨੇ ਕਿਹਾ ਸੀ, ਕਹਿੰਦੇ ਮਹਾਂਪੁਰਖੋ ਮੈਂ ਦੁੱਖ ਕਰਕੇ ਰੋਂਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਦੁੱਖ ਸੁੱਖ ਤਾਂ ਸਰੀਰ ਵਿੱਚ ਆਉਂਦੇ ਜਾਂਦੇ ਰਹਿੰਦੇ ਆ, ਫਿਰ ਰੋਣਾ ਕਿਸ ਗੱਲ ਦਾ ਹੈਗਾ? ਪਰ ਉਹ ਕਹਿਣ ਲੱਗਾ ਕਿ ਇਹ ਦੁੱਖ ਸੁੱਖ ਅਗਰ ਕਿਸੇ ਹੋਰ ਕਰਕੇ ਹੁੰਦੇ ਤਾਂ ਮੇਰਾ ਰੋਣਾ ਨਹੀਂ ਸੀ ਬਣਨਾ,
ਪਰ ਇਹ ਜਿਹੜਾ ਦੁੱਖ ਮੇਰੇ ਸਰੀਰ ਦੇ ਉੱਤੇ ਆਇਆ, ਜਿਹੜੀ ਬਿਮਾਰੀ ਮੈਨੂੰ ਲੱਗੀ ਹੈ ਨਾ, ਇਹ ਮੇਰੇ ਹੀ ਕਾਰਨਾਂ ਕਰਕੇ ਲੱਗੀ ਆ, ਇਹਦਾ ਦੋਸ਼ੀ ਮੈਂ ਹੀ ਆ। ਜਦ ਉਸ ਡਾਕਟਰ ਨੇ ਬਾਬਾ ਜਰਨੈਲ ਸਿੰਘ ਦੇ ਅੱਗੇ ਜਿਹੜੀ ਸੀ ਇਹ ਗੱਲ ਆਖੀ, ਤੇ ਫਿਰ ਬਾਬਾ ਜਰਨੈਲ ਸਿੰਘ ਡਾਕਟਰ ਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਅਗਰ ਤੂੰ ਆਪਣੀ ਗਲਤੀ ਮੰਨਦਾ ਹੈਗਾ ਕਿ ਮੇਰੇ ਦੋਸ਼ ਦੇ ਨਾਲ ਹੀ ਮੈਨੂੰ ਬਿਮਾਰੀ ਲੱਗੀ, ਮੈਨੂੰ ਪੀੜਾ ਹੋਈ, ਮੈਨੂੰ ਦਰਦ ਹੋਇਆ, ਮੈਨੂੰ ਦੁੱਖ ਹੋਇਆ, ਮੇਰੀ ਇਹ ਹਾਲਤ ਬਣ ਗਈ ਆ, ਤੇ ਇਹ ਗੱਲ ਤੂੰ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਹੀ ਕਹਿ ਸਕਿਆ, ਕਿਉਂ ਗੁਰੂ ਨੇ ਤੇਰੇ 'ਤੇ ਕਿਰਪਾ ਕੀਤੀ ਆ ਤੇ ਤਾਂ ਇਹ ਗੱਲ ਮੰਨੀ ਆ। ਫਿਰ ਉਸ ਡਾਕਟਰ ਨੇ ਬਾਬਾ ਜਰਨੈਲ ਸਿੰਘ ਨੂੰ ਜਿਹੜੀ ਸੀਗੀ ਉਹ ਆਪਣੀ ਹੱਡ ਬੀਤੀ ਸੁਣਾਈ। ਉਹ ਕਹਿਣ ਲੱਗਾ ਕਿ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਡਾਕਟਰ ਦੀ ਛੋਟੀ ਜਿਹੀ ਦੁਕਾਨ ਪਾਈ ਸੀ, ਉਹਨਾਂ ਟਾਈਮਾਂ ਦੇ ਵਿੱਚ ਕਹਿੰਦੇ ਵੀ ਜਿੰਨੇ ਵੀ ਜਿਹੜੇ ਸੀਗੇ ਉਹ ਮਰੀਜ਼ ਮੇਰੇ ਪਾਸ ਆਉਂਦੇ ਸੀ, ਅਤੇ ਮੈਂ ਉਹਨਾਂ ਨੂੰ ਜਿਹੜੀ ਦਵਾਈ ਦਿੰਦਾ ਹੁੰਦਾ ਸੀ, ਉਹਨਾਂ ਟਾਈਮਾਂ ਵਿੱਚ ਮੈਂ ਉਸ ਦਵਾਈ ਦੇ 5 ਰੁਪਈਏ ਲੈਂਦਾ ਹੁੰਦਾ ਸੀ, ਅਤੇ ਇੱਕ ਟੀਕਾ ਲਾਉਂਦਾ ਹੁੰਦਾ ਸੀਗਾ, ਉਹ ਟੀਕੇ ਦੇ ਮੈਂ 10 ਰੁਪਈਏ ਲੈ ਲੈਂਦਾ ਸੀਗਾ। ਪਰ ਕਹਿੰਦੇ ਗੱਲ ਇਹ ਹੋਇਆ ਕਿ ਜਿੰਨੇ ਮਰੀਜ਼ ਆਉਣ ਅਤੇ ਮੈਂ ਉਹਨਾਂ ਨੂੰ ਦਵਾਈ ਤਾਂ ਦੇਵਾਂ, ਪਰ ਮੈਨੂੰ ਇਹ ਪਤਾ ਸੀਗਾ ਵੀ ਇਸ ਮਰੀਜ਼ ਨੂੰ ਦਵਾਈ ਦੇ ਨਾਲ ਆਰਾਮ ਆ ਜਾਣਾ, ਇਹਨੂੰ ਟੀਕਾ ਲਾਉਣ ਦੀ ਲੋੜ ਨਹੀਂ। ਪਰ ਪੈਸੇ ਦਾ ਲੋਭ ਮੇਰੇ ਅੰਦਰ ਇੰਨਾ ਵੱਧ ਗਿਆ ਸੀਗਾ ਕਿ ਮੈਂ ਉਸੇ ਹੀ ਮਰੀਜ਼ ਦੇ ਪਾਣੀ ਨਾਲ ਭਰ ਕੇ ਜਿਹੜਾ ਸੀਗਾ ਉਹ ਟੀਕਾ ਲਾ ਦਿੰਦਾ ਸੀ ਉਹਦੇ ਸਰੀਰ ਦੇ ਵਿੱਚ। ਜਦ ਇਹ ਪਾਣੀ ਦਾ ਇੰਜੈਕਸ਼ਨ ਲਾਉਂਦਾ ਸੀਗਾ ਅਤੇ ਉਹ ਤੋਂ 10 ਰੁਪਈਏ ਹੋਰ ਵੀ ਲੈ ਲੈਂਦਾ ਸੀਗਾ। ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਮੈਂ ਬਹੁਤ ਪੈਸਾ ਜਿਹੜਾ ਕਮਾਇਆ, ਫਿਰ ਇੱਕ ਹੌਸਪੀਟਲ ਬਣਾਇਆ। ਜਦ ਇਹ ਗੱਲ ਜਿਹੜੀ ਸੀ ਬਾਬਾ ਜਰਨੈਲ ਸਿੰਘ ਨੇ ਦੱਸੀ ਸੀ, ਤਾਂ ਫਿਰ ਉਹ ਜਿਹੜਾ ਸੀ ਜ਼ਾਰ ਹੋਰ ਵੀ ਲਾਉਣ ਲੱਗ ਪਿਆ। ਅਤੇ ਮਹਾਂਪੁਰਖਾਂ ਨੇ ਕਹਿ ਤਾ, ਕਹਿੰਦੇ ਵੀ ਆਹ ਜਿਹੜੀ ਤੂੰ ਗੱਲ ਦੱਸੀ ਆ, ਇਹ ਕੇਵਲ ਤੇ ਕੇਵਲ ਗੁਰੂ ਦੀ ਤੇਰੇ 'ਤੇ ਬਖਸ਼ਿਸ਼ ਹੋਈ ਆ, ਤਾਂ ਤੂੰ ਆਪਣੇ ਮਨ ਦੇ ਅੰਦਰ ਇਹ ਦੱਬਿਆ ਜਿਹੜਾ ਗੁਨਾਹ ਹੈਗਾ ਸਾਡੇ ਸਾਹਮਣੇ ਪ੍ਰਗਟ ਕੀਤਾ ਹੈਗਾ। ਫਿਰ ਉਹ ਡਾਕਟਰ ਨੇ ਮੰਨਿਆ ਸੀਗਾ ਕਿ ਇਸੇ ਕਰਕੇ ਅੱਜ ਮੇਰੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਹੈਗਾ। ਮੇਰਾ ਆਪਣਾ ਹੌਸਪੀਟਲ ਆ, ਮੇਰੇ ਪਾਸ ਸਭ ਕੁਝ ਹੈ, ਪਰ ਅੱਜ ਰੋਜ਼ ਮੇਰੇ ਪੇਟ ਦੇ ਵਿੱਚ ਡਾਕਟਰ 15 ਇੰਜੈਕਸ਼ਨ ਟੀਕੇ ਲਾਉਂਦੇ ਆ, ਅਤੇ 15 ਟੀਕਿਆਂ ਦੇ ਨਾਲ ਭਰਿਆ ਹੋਇਆ ਪਾਣੀ ਰੋਜ਼ ਕੱਢਦੇ ਆ। ਜਦ ਇੰਨੀ ਗੱਲ ਹੋਈ ਤੇ ਫਿਰ ਬਾਬਾ ਜਰਨੈਲ ਸਿੰਘ ਨੇ ਆਖਿਆ ਸੀਗਾ ਕਿ ਜਿਹੜੇ ਤੇਰੇ ਵਰਗੇ ਸ਼ਖਸ ਆਪਣੀ ਗਲਤੀ ਕਬੂਲ ਲੈਂਦੇ, ਆਪਣੀ ਗਲਤੀ ਮੰਨ ਲੈਂਦੇ, ਆਪਣਾ ਦੋਸ਼ ਮੰਨ ਲੈਂਦੇ ਆ, ਕਹਿੰਦੇ ਵੀ ਉਹਨੂੰ ਫਿਰ ਦਰਗਾਹ ਦੇ ਵਿੱਚ ਨਿਰੰਕਾਰ ਵੀ ਜਿਹੜਾ ਉਹ ਮਾफ़ ਕਰ ਦਿੰਦਾ ਹੈਗਾ। ਜਦ ਇਹ ਗੱਲ ਹੋਈ ਸੀ ਤੇ ਫਿਰ ਬਾਬਾ ਜਰਨੈਲ ਸਿੰਘ ਜਿਹੜੇ ਸੀਗੇ ਉਸ ਗੰਗਾ ਨਗਰ ਤੋਂ ਪੰਜਾਬ ਨੂੰ ਚਾਲੇ ਪੈ ਗਏ ਸੀਗੇ। ਫਿਰ ਉਹ ਡਾਕਟਰ ਦੀ 2 ਦਿਨ ਬਾਅਦ ਜਿਹੜੀ ਸੀ ਉਹ ਮੌਤ ਹੋ ਗਈ ਸੀ, ਕਾਲ ਚਲਾਣਾ ਹੋ ਗਿਆ ਸੀਗਾ। ਪਰ ਉਹਦੇ ਅੰਦਰ ਜਿਹੜਾ ਬੱਜਰ ਪਾਪ ਦਾ ਭਾਰ ਸੀਗਾ ਉਹ ਬਾਬਾ ਜਰਨੈਲ ਸਿੰਘ ਨਾਲ ਸਾਂਝਾ ਕਰਕੇ ਸਦਾ ਵਾਸਤੇ ਉਹ ਜਿਹੜਾ ਹਲਕਾ ਹੋ ਗਿਆ ਸੀ, ਉਤਰ ਗਿਆ ਸੀਗਾ। ਇਸ ਕਰਕੇ ਉਹਦੀ ਮੌਤ ਜਿਹੜੀ ਸੀ ਡਾਕਟਰ ਦੀ ਬੜੀ ਸੁਖਾਲੀ ਹੋ ਗਈ ਸੀ। ਇਸੇ ਤਰ੍ਹਾਂ ਇੱਕ ਨਹੀਂ ਅਨੇਕਾਂ ਪ੍ਰਮਾਣ ਬਾਬਾ ਜਰਨੈਲ ਸਿੰਘ ਦੇ ਜੀਵਨਾਂ ਦੇ ਵਿੱਚ ਮਿਲਦੇ ਆ। ਸੋ ਦਾਸ ਮਹਾਂਪੁਰਖਾਂ ਦੇ ਫਿਰ ਹਲ ਇੰਨੇ ਹੀ ਜਿਹੜੇ ਦਰਸ਼ਨ ਦੇ ਬਚਨ ਬਲਾਸ ਆਪ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।